ਸਤਿ ਸ਼੍ਰੀ ਅਕਾਲ। ਸਾਹਿਤਕ ਸੱਚ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਸ਼੍ਰੋਮਣੀ ਕਿੱਸਾਕਾਰ ਵਾਰਿਸ ਸ਼ਾਹ ਦੁਆਰਾ ਰਚਿਤ ਕਿੱਸਾ ਹੀਰ ਵਿੱਚੋਂ ਜੋਗੀ ਰਾਂਝੇ ਦਾ ਰੰਗਪੁਰ ਵਿੱਚ ਪ੍ਰਵੇਸ਼ ਸਿਰਲੇਖ ਤਹਿਤ ਪ੍ਰਸੰਗ ਸਹਿਤ ਵਿਆਖਿਆ ਭਾਗ 4 ਲੈ ਕੇ ਹਾਜ਼ਰ ਹੋਏ ਹਾਂ। ਇਸ ਤੋਂ ਪਹਿਲਾਂ ਅਸੀਂ ਭਾਗ 3 ਦੇ ਵਿੱਚ ਜ਼ਿਕਰ ਕੀਤਾ ਸੀ ਕਿ ਕਿਸ ਤਰ੍ਹਾਂ ਰਾਂਝਾ ਬਾਲਨਾਥ ਦੇ ਟਿੱਲੇ 'ਤੇ ਜਾ ਕੇ ਜੋਗ ਧਾਰਨ ਕਰਨ ਦੇ ਲਈ ਫਰਿਆਦ ਕਰਦਾ ਹੈ। ਰਾਂਝੇ ਦੇ ਸਿਰੜ ਨੂੰ ਵੇਖਦਿਆਂ ਹੋਇਆਂ ਬਾਲਨਾਥ ਜੋਗੀ ਜੋ ਹੈ ਉਸ ਨੂੰ ਆਪਣਾ ਚੇਲਾ ਬਣਾਉਣ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਕਰਦਾ ਹੈ, ਆਪਣਾ ਚੇਲਾ ਬਣਾ ਲੈਂਦਾ ਹੈ। ਤਾਂ ਉਸ ਵੇਲੇ ਦੇ ਸਮਾਜ ਦੇ ਵਿੱਚ ਰਾਂਝੇ ਦੇ ਜੋਗ ਧਾਰਨ ਕਰਨ ਦੀ ਖਬਰ ਜਿਹੜੀ ਹੈ ਉਹ ਜੰਗਲ ਦੀ ਅੱਗ ਵਾਂਗ ਫੈਲ ਜਾਂਦੀ ਹੈ, ਜਿਸ ਬਾਰੇ ਵਾਰਿਸ ਸ਼ਾਹ ਨੇ ਲਿਖਿਆ ਹੈ ਕਿ ਖਬਰਾਂ ਕੁੱਲ ਜਹਾਨ ਵਿੱਚ ਖਿੰਡ ਗਈਆਂ, ਰਾਂਝਾ ਜੋਗੀੜਾ ਸਾਜ ਵਿਖਾਲੇ ਉਸੂ। ਕਿ ਬਾਲਨਾਥ ਜੋਗੀ ਨੇ ਰਾਂਝੇ ਨੂੰ ਆਪਣਾ ਚੇਲਾ ਬਣਾ ਕੇ ਉਸ ਨੂੰ ਜੋਗੀ ਦੇ ਇੱਕ ਨਵੇਂ ਰੂਪ ਦੇ ਵਿੱਚ ਨਵੀਂ ਜੀਵਨ ਜਾਂ ਨਵੀਂ ਜ਼ਿੰਦਗੀ ਬਖਸ਼ ਦਿੱਤੀ ਹੈ। ਉਸ ਤੋਂ ਬਾਅਦ ਰਾਂਝਾ ਜੋ ਹੈ ਉਸ ਨੂੰ ਹੀਰ ਦੇ ਸਹੁਰੇ ਪਿੰਡ ਸੈਦੇ ਖੇੜੇ ਦੇ ਪਿੰਡ ਰੰਗਪੁਰ ਵਿੱਚ ਭਿਕਸ਼ਾ ਲੈਣ ਦੇ ਵਾਸਤੇ ਭੇਜਿਆ ਜਾਂਦਾ ਹੈ। ਸੋ ਜੋਗੀ ਬਣਿਆ ਰਾਂਝਾ ਜਦ ਰੰਗਪੁਰ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਸ ਵੇਲੇ ਦੀ ਉਸ ਪਿੰਡ ਦੀ ਜੋ ਸਥਿਤੀ ਹੈ ਉਸ ਦਾ ਬਿਆਨ ਵਾਰਿਸ ਸ਼ਾਹ ਨੇ ਇਸ ਕਾਵਿਬੰਦ ਵਿੱਚ ਕੀਤਾ ਹੈ ਕਿ ਘਰ ਆਣ ਨਿਨਾਣ ਨੇ ਗੱਲ ਕੀਤੀ, ਹੀਰੇ ਇੱਕ ਜੋਗੀ ਨਵਾਂ ਆਇਆ ਨਹੀਂ। ਕਿ ਹੀਰ ਦੀ ਨਨਾਣ ਜੋ ਸੀ, ਸੈਤੀ ਉਸ ਦਾ ਨਾਮ ਸੀ, ਉਸ ਨੇ ਜਦ ਪਿੰਡ ਦੇ ਵਿੱਚ ਤ੍ਰਿੰਜਣਾ ਦੇ ਵਿੱਚ ਸਾਰੀਆਂ ਕੁੜੀਆਂ ਨੂੰ ਗੱਲਾਂ ਕਰਦਿਆਂ ਸੁਣਿਆ ਉਸ ਨਵੇਂ ਜੋਗੀ ਬਾਰੇ, ਤਾਂ ਉਹ ਆ ਕੇ ਆਪਣੀ ਭਰਜਾਈ ਹੀਰ ਦੇ ਨਾਲ ਗੱਲ ਕਰਦੀ ਹੈ ਕਿ ਪਿੰਡ ਦੇ ਵਿੱਚ ਇੱਕ ਨਵਾਂ ਜੋਗੀ ਆਇਆ ਹੈ। ਭਾਵ ਨਵਾਂ ਜੋਗੀ ਤੋਂ ਭਾਵ ਹੈ ਕਿ ਬਿਲਕੁਲ ਜੋਗ ਧਾਰਨ ਕਰਨ ਤੋਂ ਬਾਅਦ ਜੋ ਹੈ ਪਹਿਲੀ ਵਾਰ ਉਹ ਕਿਸੇ ਪਿੰਡ ਵਿੱਚ ਭਿਖਿਆ ਲੈਣ ਵਾਸਤੇ ਆਇਆ ਹੈ। ਨਵਾਂ ਉਸਨੇ ਜੋਗ ਧਾਰਨ ਕੀਤਾ ਹੈ। ਕੰਨੀ ਉਸ ਦੇ ਦਰਸ਼ਨੀ ਮੁੰਦਰਾਨੀ। ਫਿਰ ਉਸਦੇ ਜੋ ਸੁਦਰਸ਼ਨੀ ਜੋ ਇੱਕ ਸਰੀਰ ਬਾਰੇ ਜਾਂ ਉਸਦੀ ਸੁੰਦਰਤਾ ਬਾਰੇ ਗੱਲ ਕਰ ਰਹੀ ਹੈ ਕਿ ਉਸਦੇ ਕੰਨਾਂ ਦੇ ਵਿੱਚ ਪਾਈਆਂ ਹੋਈਆਂ ਜੋ ਜੋਗ ਦਾ ਪ੍ਰਤੀਕ ਮੁੰਦਰਾਂ ਨੇ ਉਹ ਬੜੀਆਂ ਸੁਹਾ ਰਹੀਆਂ ਨੇ। ਦਰਸ਼ਨੀ ਉਸਦੀ ਸ਼ੋਭਾ ਨੂੰ ਚਾਰ ਚੰਦ ਲਾ ਰਹੀਆਂ ਨੇ। ਗਲ ਹੈਂਕੜਾ ਅਜਬ ਸੁਹਾਇਆ ਨਹੀਂ। ਹੈਂਕੜਾ ਭਾਵ ਜੋ ਕੈਂਠਾ ਹੈ ਜੋ ਜੋਗ ਦਾ ਪ੍ਰਤੀਕ ਹੈ ਉਸ ਦੇ ਗਲ ਦੇ ਵਿੱਚ ਪਾਇਆ ਹੋਇਆ ਹੋਰ ਵੀ ਸੁਹਾ ਰਿਹਾ ਹੈ, ਸੋਹਣਾ ਲੱਗ ਰਿਹਾ ਹੈ। ਫਿਰੇ ਢੂੰਡਦਾ ਵਿੱਚ ਹਵੇਲੀਆਂ ਦੇ, ਕੋਈ ਉਸ ਨੇ ਲਾਲ ਗਵਾਇਆ ਨਹੀਂ। ਫਿਰ ਉਹ ਕਹਿ ਰਹੀ ਹੈ ਕਿ ਉਹ ਜੋਗੀ ਹਵੇਲੀਆਂ ਦੇ ਵਿੱਚ ਇਸ ਤਰ੍ਹਾਂ ਕੁਝ ਢੂੰਡਦਾ ਫਿਰਦਾ ਹੈ, ਭਾਲਦਾ ਫਿਰਦਾ ਹੈ, ਲੱਗਦਾ ਹੈ ਜਿਵੇਂ ਉਸ ਦਾ ਕੋਈ ਕੀਮਤੀ ਲਾਲ, ਕੋਈ ਜੋ ਹੈ ਕੀਮਤੀ ਚੀਜ਼ ਕੋਈ ਗੁਆਚ ਗਈ ਹੋਵੇ, ਜਿਸ ਦੀ ਭਾਲ ਹਿੱਤ ਉਹ ਆਇਆ ਹੈ ਔਰ ਪਿੰਡ ਦੀਆਂ ਹਵੇਲੀਆਂ ਨੂੰ ਤਾੜਦਾ ਫਿਰਦਾ ਹੈ। ਨਾਲੇ ਗਾਂਵਦਾ ਅਤੇ ਨਾਲੇ ਰੋਂਵਦਾ ਹੀ, ਵੱਡਾ ਉਸ ਨੇ ਰੰਗ ਮਚਾਇਆ ਨਹੀਂ। ਫਿਰ ਸੈਤੀ ਕਹਿ ਰਹੀ ਹੈ ਕਿ ਨਾਲੇ ਤਾਂ ਉਹ ਜੋਗੀ ਬੜੀ ਮਧੁਰ ਆਵਾਜ਼ ਦੇ ਵਿੱਚ, ਸੁਰੀਲੀ ਆਵਾਜ਼ ਦੇ ਵਿੱਚ ਗਾਉਂਦਾ ਫਿਰਦਾ ਹੈ ਅਤੇ ਨਾਲੇ ਨੈਣਾਂ ਦੇ ਵਿੱਚੋਂ ਹੰਝੂ ਵਹਿ ਰਹੇ ਨੇ। ਉਸਨੇ ਪਿੰਡ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਬੜਾ ਵੱਡਾ ਇੱਕ ਰੰਗ ਜਿਹਾ ਬੰਨ੍ਹ ਦਿੱਤਾ ਹੈ। ਇੱਕ ਨਵਾਂ ਤਮਾਸ਼ਾ ਜਿਹਾ ਪਿੰਡ ਦੇ ਵਿੱਚ ਲੱਗ ਗਿਆ ਹੈ। ਹੀਰੇ ਕਿਸੇ ਰਜਵੰਸ਼ ਦਾ ਉਹ ਪੁੱਤਰ, ਰੂਪ ਤੁਧ ਥੀ ਤੂਣ ਸਵਾਇਆ ਨਹੀਂ। ਫਿਰ ਕਹਿ ਰਹੀ ਹੈ ਕਿ ਹੀਰੇ ਲੱਗਦਾ ਹੈ ਕਿ ਉਹ ਕਿਸੇ ਰਾਜ ਘਰਾਣੇ ਦੇ ਨਾਲ ਵੱਡੇ ਘਰ ਦਾ ਜੰਮਿਆ ਜਾਇਆ ਹੈ ਅਤੇ ਜੇਕਰ ਉਸਦੀ ਸੁੰਦਰਤਾ ਦੀ ਸੁਹੱਪਣ ਦੀ ਗੱਲ ਕਰਾਂ ਤਾਂ ਉਹ ਤਾਂ ਤੇਰੇ ਤੋਂ ਵੀ ਵੱਧ ਚੜ੍ਹ ਕੇ ਖੂਬਸੂਰਤ ਹੈ। ਕਾਈ ਆਖਦੀ ਪ੍ਰੇਮ ਦੀ ਚਾਟ ਪਿੱਛੇ, ਤਾਂ ਹੀ ਉਸ ਨੇ ਸੀਸ ਮੁਨਾਇਆ ਨਹੀਂ। ਕੁੜੀਆਂ ਤ੍ਰਿੰਜਣਾ ਦੇ ਵਿੱਚ ਆਪਸ ਦੇ ਵਿੱਚ ਗੱਲਾਂ ਕਰਦੀਆਂ ਹਨ ਕਿ ਇਹ ਜੋਗੀ ਨੇ ਜੋ ਹੈ ਪ੍ਰੇਮ ਦੀ ਚੇਟਕ ਜਿਹੜੀ ਹੈ ਇਸ ਦੇ ਹਿਰਦੇ ਵਿੱਚ ਮੱਗ ਪਈ ਹੈ। ਭਾਵ ਇਸ ਨੇ ਜੋ ਹੈ ਅਧਿਆਤਮਕ ਰੰਗਣ ਦੇ ਵਿੱਚ ਰੰਗ ਕੇ ਜੋ ਹੈ ਜੋਗ ਧਾਰਨ ਕੀਤਾ ਹੈ, ਇਸੇ ਲਈ ਇਹ ਸੀਸ ਮੁਨਾ ਕੇ ਜੋਗੀ ਹੋ ਗਿਆ ਹੈ। ਕਾਈ ਆਖਦੀ ਕਿਸੇ ਦੇ ਇਸ਼ਕ ਪਿੱਛੇ, ਪਰ ਫਿਰ ਕੁਝ ਕੁੜੀਆਂ ਇਹ ਵੀ ਗੱਲਾਂ ਕਰਦੀਆਂ ਹਨ ਕਿ ਇਹ ਕੋਈ ਅਧਿਆਤਮਕ ਰੰਗ ਦੇ ਵਿੱਚ ਰੰਗਿਆ ਹੋਇਆ ਜੋਗੀ ਨਹੀਂ, ਲੱਗਦਾ ਹੈ ਕਿਸੇ ਦੇ ਇਸ਼ਕ ਦੇ ਵਿੱਚ ਜੋ ਹੈ ਇਸ ਨੂੰ ਹਾਰ ਮਿਲੀ ਹੈ, ਜਿਸ ਸਦਕਾ ਇਸ ਨੇ ਸਮਾਜ ਨੂੰ ਜੋ ਹੈ ਇੱਕ ਤਰ੍ਹਾਂ ਦੇ ਨਾਲ ਤਜ ਦਿੱਤਾ ਹੈ, ਤਿਆਗ ਦਿੱਤਾ ਹੈ ਔਰ ਪਲਾਇਨ ਕਰਕੇ ਸਮਾਜ ਤੋਂ ਜੋਗ ਧਾਰਨ ਕਰ ਲਿਆ ਹੈ। ਬੁੰਦੇ ਲਾਹ ਕੇ ਕੰਨ ਪੜਵਾਇਆ ਨਹੀਂ। ਲੱਗਦਾ ਹੈ
ਇਹਦੇ ਪਹਿਲਾਂ ਤੇ ਇਹਦੇ ਗਲ ਦੇ ਵਿੱਚ ਜਾਂ ਕੰਨਾਂ ਦੇ ਵਿੱਚ ਜੋ ਨੱਤੀਆਂ ਸਨ, ਜੋ ਇਸ਼ਕ ਦੀਆਂ ਪ੍ਰਤੀਕ ਸਨ, ਹੁਣ ਉਹਨਾਂ ਨੂੰ ਲਾਹ ਕੇ ਇਸਨੇ ਕੰਨ ਜਿਹੜੇ ਨੇ ਉਹ ਪੜਵਾ ਲਈ। ਭਾਵ ਹਿਰਸ ਹਸਰਤ ਜਿਹੜੀ ਹੈ ਉਹ ਝੜ ਗਈ ਹੈ ਇਸ ਦੀ। ਭਾਵ ਇਸ ਦੀ ਸਮਾਜ ਦੇ ਨਾਲ ਕਿਸੇ ਤਰ੍ਹਾਂ ਦੀ ਜੋ ਹੈ ਕੋਈ ਸਮਾਜ ਦੇ ਵਿੱਚ ਜਿਉਣ ਦੀ ਇਸ ਦੀ ਕੋਈ ਲਾਲਸਾ ਨਹੀਂ ਰਹਿ ਗਈ। ਕਹਿਣ ਤਖਤ ਹਜ਼ਾਰੇ ਦਾ ਇਹ ਰਾਂਝਾ। ਫਿਰ ਉਹ ਕਹਿ ਰਹੀ ਕਿ ਲੋਕ ਇਹ ਵੀ ਗੱਲਾਂ ਕਰਦੇ ਨੇ ਕਿ ਇਹ ਤਖਤ ਹਜ਼ਾਰੇ ਦਾ ਰਾਂਝਾ ਹੈ, ਜਿਹੜਾ ਆਪਣੇ ਪਿੰਡ ਘਰ ਪਰਿਵਾਰ ਨੂੰ ਛੱਡ ਕੇ ਪਹਿਲਾਂ ਜੋ ਸੀ ਇਸ਼ਕ ਦੇ ਰਾਹ 'ਤੇ ਚੱਲ ਪਿਆ ਸੀ, ਅਤੇ ਬਾਅਦ ਦੇ ਵਿੱਚ ਇਸਨੇ ਇਸ਼ਕ ਵਿੱਚ ਮਿਲੀ ਹਾਰ ਸਦਕਾ ਜੋਗ ਧਾਰਨ ਕਰ ਲਿਆ ਹੈ, ਬਾਲਨਾਥ ਤੋਂ ਜੋਗ ਲੈ ਆਇਆ ਨਹੀਂ। ਫਿਰ ਉਹ ਕਹਿ ਰਹੀ ਹੈ ਕਿ ਇਹ ਕਿਹਾ ਜਾਂਦਾ ਹੈ ਕਿ ਇਹ ਬਾਲਨਾਥ ਦੇ ਟਿੱਲੇ ਤੋਂ ਉਸ ਦਾ ਚੇਲਾ ਬਣ ਕੇ ਜੋਗ ਧਾਰਨ ਕਰਕੇ ਜੋਗ ਦੀ ਰਾਹ 'ਤੇ ਚੱਲ ਪਿਆ ਹੈ। ਵਾਰਿਸ ਸ਼ਾਹ ਇਹ ਫਕੀਰ ਤਾਂ ਨਹੀਂ ਖਾਲੀ, ਕਿਸੇ ਕਾਰਨੇ 'ਤੇ ਇਹ ਆਇਆ ਨਹੀਂ। ਫਿਰ ਉਹ ਕਹਿ ਰਹੀ ਹੈ ਕਿ ਵਾਰਿਸ ਸ਼ਾਹ ਕਹਿ ਰਿਹਾ ਕਿ ਸੈਤੀ ਹੀਰ ਨੂੰ ਦੱਸ ਰਹੀ ਹੈ ਕਿ ਇਹ ਫਕੀਰ ਜਿਹੜਾ ਜੋਗੀ ਇਸ ਪਿੰਡ ਦੇ ਵਿੱਚ ਇਸ ਵਾਰੀ ਆਇਆ ਹੈ, ਰਮਤਾ ਜੋਗੀ, ਇਹ ਕੋਈ ਸਿਰਫ ਭਿਕਸ਼ਾ ਲੈਣ ਵਾਸਤੇ ਨਹੀਂ ਆਇਆ, ਇਹ ਕਿਸੇ ਕਾਰਨੇ 'ਤੇ ਕੋਈ ਇਸ ਦਾ ਮਕਸਦ ਹੈ, ਕੋਈ ਡੂੰਘਾ ਉਦੇਸ਼ ਹੈ ਜਿਸ ਨੂੰ ਹਾਸਿਲ ਕਰਨ ਲਈ ਇਸ ਨੇ ਪਿੰਡ ਦੇ ਵਿੱਚ ਫੇਰਾ ਪਾਇਆ ਹੈ। ਰੱਬ ਝੂਠ ਨਾ ਕਰੇ ਜੇ ਹੋਏ ਰਾਂਝਾ, ਤਾਂ ਮੈਂ ਚੌੜ ਹੋਈ ਮੈਨੂੰ ਪੱਟਿਓ ਸੂ। ਹੀਰ ਸੈਤੀ ਦੀਆਂ ਗੱਲਾਂ ਸੁਣ ਕੇ ਮਨ ਹੀ ਮਨ ਬੜੀ ਪਰੇਸ਼ਾਨ ਹੈ, ਵਿਆਕੁਲ ਹੈ, ਸੋਚ ਰਹੀ ਹੈ ਕਿ ਜੇਕਰ ਇਹ ਸੈਤੀ ਦੀਆਂ ਗੱਲਾਂ ਸੱਚ ਹੋਣ, ਰੱਬ ਕਰੇ ਜੇ ਝੂਠ ਨਾ ਹੋਵੇ, ਜੇ ਸੱਚਮੁੱਚ ਇਹ ਰਾਂਝਾ ਹੀ ਹੋਵੇ ਜੋ ਉਸਨੇ ਤਖਤ ਹਜ਼ਾਰੇ ਦਾ ਜਿਵੇਂ ਦੱਸ ਰਹੀ ਹੈ, ਸੋ ਇਸਨੇ ਜੇਕਰ ਸੱਚਮੁੱਚ ਜੋਗ ਧਾਰਨ ਕਰ ਲਿਆ ਹੋਵੇ ਤਾਂ ਮੈਂ ਚੌੜ ਹੋਈ ਮੈਨੂੰ ਪੱਟਿਓ ਸੂ। ਭਾਵ ਉਹ ਬੜੀ ਪਰੇਸ਼ਾਨ ਹੈ ਕਿ ਇਹਨੇ ਤਾਂ ਮੈਨੂੰ ਇੱਕ ਤਰ੍ਹਾਂ ਦੇ ਨਾਲ ਜੜ੍ਹੋਂ ਪੱਟ ਦਿੱਤਾ ਹੈ। ਇੱਕ ਅੱਗ ਫਿਰਾਕ ਦੀ ਸਾੜ ਸੁੱਟੀ, ਪਹਿਲਾਂ ਹੀ ਮੈਂ ਤਾਂ ਇਸ ਦੇ ਫਿਰਾਕ ਭਾਵ ਵਿਛੋੜੇ ਦੀ ਅੱਗ ਦੇ ਵਿੱਚ ਸੜ ਰਹੀ ਸੀ। ਸੜੀ ਬਲੀ ਨੂੰ ਮੁੜ ਕੀ ਫੱਟਿਆ ਸੂ, ਅਤੇ ਸੜੀ ਹੋਈ ਨੂੰ ਦੁਬਾਰਾ ਫਿਰ ਕੀ ਮੈਨੂੰ ਹੋਰ ਤਾਉਣ ਵਾਸਤੇ ਆ ਗਿਆ ਹੈ। ਨਾਲੇ ਰੰਨ ਗਈ ਨਾਲੇ ਕੰਨ ਪਾਟੇ, ਨਾਲੇ ਤਾਂ ਇਸ ਦਾ ਪਿਆਰ ਦੁਨੀਆ ਨੇ ਇਸ ਤੋਂ ਖੋਹ ਲਿਆ ਹੈ, ਅਤੇ ਦੂਜੇ ਪਾਸੇ ਇਸ ਨੂੰ ਕੰਨ ਪੜਵਾ ਕੇ ਜੋਗ ਧਾਰਨ ਕਰਨਾ ਪੈ ਗਿਆ ਹੈ। ਭਾਵ ਨਾ ਇਸ ਦਾ ਹੁਣ ਸੰਸਾਰ ਦੇ ਨਾਲ ਕੋਈ ਸਰੋਕਾਰ ਹੀ ਰਹਿ ਗਿਆ। ਆਖ ਇਸ਼ਕ ਥੀ ਨਫਾ ਕੀ ਖੱਟਿਓ ਸੂ, ਭਲਾ ਇਸ ਨੇ ਇਸ਼ਕ ਦੇ ਰਾਹ 'ਤੇ ਚੜ੍ਹ ਕੇ, ਸੱਚੇ ਸੁੱਚੇ ਪ੍ਰੇਮ ਦੇ ਰਾਹ 'ਤੇ ਚੱਲ ਕੇ ਕੀ ਨਫਾ, ਕੀ ਫਾਇਦਾ ਚੁੱਕਿਆ, ਕੀ ਹਾਸਿਲ ਹੋਇਆ ਇਸ ਨੂੰ। ਮੇਰੇ ਵਾਸਤੇ ਦੁਖੜੇ ਫਿਰੇ ਜਰਦਾ। ਫਿਰ ਉਹ ਆਪਣੇ ਆਪ ਨੂੰ ਇਸ ਦੀ ਜੋ ਹੈ ਇੱਕ ਤਰ੍ਹਾਂ ਦੇ ਨਾਲ ਮਹਿਸੂਸ ਕਰ ਰਹੀ ਹੈ, ਆਪਣੇ ਆਪ ਨੂੰ ਦੋਸ਼ੀ ਸਮਝ ਰਹੀ ਹੈ ਕਿ ਮੇਰੇ ਵਾਸਤੇ ਇਹ ਇੰਨੀਆਂ ਮੁਸ਼ਕਿਲਾਂ ਸਹਾਰਦਾ ਫਿਰ ਰਿਹਾ ਹੈ। ਲੋਹਾ ਤਾਏ ਜੀਭੇ ਨਾਲ ਚੱਟਿਓ ਸੂ, ਭਾਵ ਲੋਹਾ ਜੋ ਹੈ, ਗਰਮ ਲੋਹਾ ਜੇ ਕੋਈ ਜੀਭ ਦੇ ਨਾਲ ਛੁਹਾ ਲਵੇ, ਜੀਭ ਬੜਾ ਨਾਜ਼ੁਕ ਅੰਗ ਹੈ, ਤਾਂ ਉਸ ਦਾ ਕੀ ਹਸ਼ਰ ਹੋਵੇਗਾ। ਠੀਕ ਉਹੀ ਸਥਿਤੀ ਜਿਹੜੀ ਹੈ ਇਹ ਰਾਂਝੇ ਦੀ ਹੈ, ਕਿਉਂਕਿ ਇਸ ਨੇ ਹੋਇਆ ਚਾਕ ਪਿੰਡੇ ਮਲੀ ਖਾਕ ਰਾਂਝੇ, ਲਾ ਨੰਗ ਨਮੂਸ ਨੂੰ ਸੱਟਿਓ ਸੂ। ਇਹ ਪਹਿਲਾਂ ਤਾਂ ਮੇਰੇ ਪਿੱਛੇ ਜੋ ਹੈ ਆਪਣਾ ਘਰ ਪਰਿਵਾਰ ਛੱਡ ਕੇ, ਮੇਰੇ ਜੋ ਘਰ ਦੇ ਵਿੱਚ ਚਾਕ ਨੌਕਰ ਰਹਿ ਗਿਆ ਮੱਝਾਂ ਚਰਾਉਣ ਵਾਲਾ, ਅਤੇ ਫਿਰ ਹੁਣ ਇਸ ਨੇ ਮੇਰੀ ਜੋ ਹੈ ਅਣਹੋਂਦ ਦੇ ਵਿੱਚ ਇਸ ਨੇ ਪਿੰਡੇ 'ਤੇ ਖਾਕ ਮਲ ਲਈ ਹੈ, ਭਾਵ ਜੋਗ ਧਾਰਨ ਕਰ ਲਿਆ ਹੈ, ਸਮਾਜ ਨੂੰ ਹੀ ਤਲਾਂਜਲੀ ਦੇ ਦਿੱਤੀ ਹੈ। ਲਾ ਨੰਗ ਨਮੂਸ ਨੂੰ ਸੱਟਿਓ ਸੂ। ਪਹਿਲਾਂ ਇਸ ਨੇ ਬਰਾਬਰ ਦੇ ਜ਼ਮੀਂਦਾਰਾਂ ਦੇ ਘਰ ਦੇ ਵਿੱਚ ਨੌਕਰ ਰਹਿ ਕੇ ਸਮਾਜਿਕ ਸੰਗ ਸ਼ਰਮ ਦਾ ਤਿਆਗ ਕੀਤਾ, ਅਤੇ ਹੁਣ ਜੋ ਹੈ ਜੱਟ ਦਾ ਪੁੱਤ ਹੋ ਕੇ ਇਸ ਨੇ ਜੋਗ ਧਾਰਨ ਕਰ ਲਿਆ ਹੈ। ਲੱਗਦਾ ਹੈ ਇਸ ਨੂੰ ਕੋਈ ਲੱਥੀ ਚੜੀ ਰਹਿ ਹੀ ਨਹੀਂ ਗਈ। ਬੁੱਕਲ ਵਿੱਚ ਚੋਰੀ ਚੋਰੀ ਹੀਰ ਰੋਵੇ, ਘੜਾ ਨੀਰ ਦਾ ਚਾਏ ਪਲਟਿਓ ਸੂ। ਇਸ ਤਰ੍ਹਾਂ ਵਾਰਿਸ ਸ਼ਾਹ ਕਹਿ ਰਿਹਾ ਹੈ ਕਿ ਸੈਤੀ ਦੀਆਂ ਗੱਲਾਂ ਸੁਣ ਕੇ ਹੀਰ ਮਨ ਹੀ ਮਨ, ਉਸ ਦਾ ਦਿਲ ਰੋ ਰਿਹਾ ਹੈ, ਚੋਰੀ ਚੋਰੀ ਰੋ ਰਹੀ ਹੈ। ਭਾਵ ਉਸ ਦੀ ਇਸ ਸਥਿਤੀ ਨੂੰ ਕੋਈ ਭਾਂਪ ਵੀ ਨਾ ਲਵੇ, ਜਾਣ ਵੀ ਨਾ ਲਵੇ। ਘੜਾ ਨੀਰ ਦਾ ਚਾਏ ਪਲਟਿਓ ਸੂ। ਉਸਦੇ ਅੱਖਾਂ ਦੇ ਵਿੱਚੋਂ, ਨੈਣਾਂ ਦੇ ਵਿੱਚੋਂ ਹੰਝੂ ਜਿਹੜੇ ਨੇ ਉਹ ਨਿਰੰਤਰ ਵਹਿ ਰਹੇ ਨੇ। ਲੱਗਦਾ ਹੈ ਜਿਵੇਂ ਕਿਸੇ ਨੇ ਹੰਝੂਆਂ ਦਾ ਦਰਿਆ ਠਾਠਾ ਮਾਰ ਰਿਹਾ ਹੈ, ਭਾਵ ਜਿਵੇਂ ਜਲ ਦਾ ਘੜਾ ਕਿਸੇ ਨੇ ਭਰ ਕੇ ਉਸ 'ਤੇ ਸੁੱਟ ਦਿੱਤਾ ਹੋਵੇ, ਇਸ ਤਰ੍ਹਾਂ ਦੀ ਸਥਿਤੀ ਹੈ ਉਸਦੀ। ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ ਜਫਾ ਜਾਲ ਕੀ ਖੱਟਿਆ ਵੱਟਿਆ ਸੂ। ਇਸ ਤਰ੍ਹਾਂ ਵਾਰਿਸ ਸ਼ਾਹ ਕਹਿ ਰਿਹਾ ਹੈ ਕਿ ਹੀਰ ਸੋਚ ਰਹੀ ਹੈ, ਹੀਰ ਦੀ ਮਨੋਸਥਿਤੀ ਨੂੰ ਬਿਆਨ ਕਰ ਰਿਹਾ ਹੈ ਕਿ ਇਸ ਪ੍ਰੇਮ ਦੀ ਰਾਹ 'ਤੇ ਚੱਲ ਕੇ, ਇਸ ਪ੍ਰੇਮ ਦੇ ਵਣਜ ਦੇ ਵਿੱਚੋਂ, ਵਪਾਰ ਦੇ ਵਿੱਚੋਂ ਸਿਵਾਏ ਜਫਾ ਮੁਸੀਬਤਾਂ ਝਾਲਣ ਦੇ ਰਾਂਝੇ ਦੇ ਹੱਥ ਵੱਸ ਕੁਝ ਨਹੀਂ ਪਿਆ। ਇਸ ਤੋਂ ਬਾਅਦ ਵਾਰਿਸ ਸ਼ਾਹ ਨੇ ਜੋ ਹੈ ਜੋਗੀ ਹੀਰ ਸੰਵਾਦ
ਸਿਰਲੇਖ ਤਹਿਤ ਇਸ ਕਾਵਿ ਦੀ ਸਿਰਜਣਾ ਕੀਤੀ ਹੈ ਕਿ ਰਾਂਝਾ ਫਿਰ ਜੋ ਹੈ ਪਿੰਡ ਦੇ ਵਿੱਚੋਂ ਹੀਰ ਦੇ ਘਰ ਦੇ ਗੇਟ 'ਤੇ ਜਦੋਂ ਪ੍ਰਵੇਸ਼ ਕਰਦਾ ਹੈ, ਹੀਰ ਦੇ ਨਾਲ ਉਸਦੀ ਵਾਰਤਾਲਾਪ ਹੁੰਦੀ ਹੈ। ਜੋਗੀ ਜੋ ਹਨ ਉਹਨਾਂ ਦਾ ਉਸ ਵੇਲੇ ਦੇ ਸਮਾਜ ਦੇ ਵਿੱਚ ਬੜਾ ਸਤਿਕਾਰ ਸੀ। ਸੋ ਜੋ ਘਰ ਵਿੱਚ ਜੋਗੀ ਆਏ ਨੂੰ ਵੇਖ ਕੇ ਹੀਰ ਜੋ ਹੈ ਆਪਣੇ ਦਿਲ ਦੇ ਭਾਵ ਜਿਹੜੇ ਨੇ ਉਸ ਦੇ ਨਾਲ ਸਾਂਝੇ ਕਰ ਰਹੀ ਹੈ ਕਿ ਹੀਰ ਆਖਦੀ ਜੋਗੀਆ ਝੂਠ ਆਖੇ। ਹੀਰ ਆਪਣੀ ਮਨੋਸਥਿਤੀ ਉਸਨੂੰ ਦੱਸ ਰਹੀ ਹੈ ਕਿ ਉਹ ਕਿਸ ਤਰ੍ਹਾਂ ਬੜੀ ਜੋ ਹੈ ਵਿਆਕੁਲ ਪਰਿਸਥਿਤੀਆਂ ਦੇ ਵਿੱਚ ਵਿਚਰ ਰਹੀ ਹੈ। ਤਾਂ ਜੋਗੀ ਉਸਨੂੰ ਧਰਵਾਸਾ ਦਿੰਦਾ ਹੈ ਅਤੇ ਉਸਦੇ ਧਰਵਾਸ ਤੋਂ ਹੀਰ ਉਸਨੂੰ ਪਲਟ ਕੇ ਜਵਾਬ ਦੇ ਰਹੀ ਹੈ ਕਿ ਹੀਰ ਆਖਦੀ ਜੋਗੀਆ ਝੂਠ ਆਖੇ, ਤੇਰੀਆਂ ਗੱਲਾਂ ਮੈਨੂੰ ਸੱਚੀਆਂ ਨਹੀਂ ਲੱਗ ਰਹੀਆਂ, ਲੱਗਦਾ ਹੈ ਤੂੰ ਝੂਠ ਬੋਲ ਰਿਹਾ ਹੈ। ਕੌਣ ਰੁੱਠੜੇ ਯਾਰ ਮਿਲਾਮ ਦਾ ਈ, ਕਿ ਇਸ ਸੰਸਾਰ ਦੇ ਵਿੱਚ ਪ੍ਰੀਤਮ ਪਿਆਰੇ ਜਿਹੜੇ ਰੁੱਸ ਕੇ ਵਿਛੜ ਕੇ ਜਾ ਚੁੱਕੇ ਹਨ, ਉਹਨਾਂ ਨੂੰ ਜੋ ਹੈ ਦੁਬਾਰਾ ਹਾਸਿਲ ਕੌਣ ਕਰਵਾਉਂਦਾ ਹੈ ਜਾਂ ਕਿਵੇਂ ਮਿਲਦੇ ਹਨ, ਮੈਨੂੰ ਤੇਰੀਆਂ ਗੱਲਾਂ 'ਤੇ ਯਕੀਨ ਨਹੀਂ ਹੋ ਰਿਹਾ। ਇਹ ਕੋਈ ਨਾ ਮਿਲਿਆ ਮੈਂ ਭਾਲ ਥੱਕੀ, ਜਿਹੜਾ ਗਿਆ ਨੂੰ ਮੋੜ ਲਿਆਉਂਦਾ ਈ। ਕਿਉਂਕਿ ਇਸ ਸੰਸਾਰ ਦੇ ਵਿੱਚੋਂ ਜਿਹੜਾ ਕੋਈ ਰੁਖਸਤ ਕਰ ਜਾਵੇ, ਤੁਰ ਜਾਵੇ, ਭਾਵੇਂ ਉਹ ਰੁੱਸ ਕੇ ਚਲਾ ਜਾਵੇ ਜਾਂ ਸੰਸਾਰ ਛੱਡ ਕੇ ਚਲਾ ਜਾਵੇ, ਉਸ ਦਾ ਵਾਪਸ ਪਰਤਣਾ ਜਿਹੜਾ ਹੈ ਉਹ ਬਹੁਤ ਨਾਮੁਮਕਿਨ ਹੁੰਦਾ ਹੈ। ਮੈਨੂੰ ਇਸ ਸੰਸਾਰ ਦੇ ਵਿੱਚੋਂ ਕੋਈ ਵੀ ਅਜੇ ਤੱਕ ਅਜਿਹਾ ਸ਼ਖਸ ਨਹੀਂ ਮਿਲਿਆ ਜਿਹੜਾ ਮੇਰੇ ਦਿਲ ਦੀ ਰਮਜ ਨੂੰ ਸਮਝਦਾ ਹੋਇਆ ਉਸ ਦਾ ਕੋਈ ਹੱਲ ਦੱਸ ਸਕੇ। ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ, ਜਿਹੜਾ ਜਿਉ ਦਾ ਰੋਗ ਗਵਾਉਂਦਾ ਈ। ਫਿਰ ਉਹ ਕਹਿ ਰਹੀ ਕਿ ਜੇਕਰ ਮੇਰੇ ਦਿਲ ਨੂੰ ਜੋ ਵਿਛੋੜੇ ਦੀ ਤਪਸ਼ ਨੇ ਜੋ ਦਿਲ ਦੇ ਵਿੱਚ ਜਗ੍ਹਾ ਬਣਾਈ ਹੋਈ ਹੈ, ਜਾਂ ਜਿਸ ਤਰ੍ਹਾਂ ਦਿਲ ਮੇਰਾ ਇੰਨਾ ਪਰੇਸ਼ਾਨ ਹੈ, ਉਸ ਦੇ ਪ੍ਰੇਮ ਦੇ ਰੋਗ ਦੇ ਵਿੱਚ ਰੋਗੀ ਹੋ ਚੁੱਕਿਆ ਹੈ, ਜੇ ਕੋਈ ਇਸ ਰੋਗ ਤੋਂ ਮੇਰੀ ਨਿਵਰਤੀ ਕਰਵਾ ਦੇਵੇ, ਭਾਵ ਮੇਰੇ ਜੋ ਹੈ ਪ੍ਰੀਤਮ ਦੇ ਨਾਲ ਮੇਰਾ ਮਿਲਾਪ ਕਰਵਾ ਦੇਵੇ, ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ, ਮੈਂ ਤਾਂ ਉਸਦੇ ਪੈਰਾਂ ਦੀ ਧੂੜ ਬਣਨ ਨੂੰ ਤਿਆਰ ਹਾਂ। ਭਲਾ ਦੱਸ ਖਾਂ ਚਿਰੀ ਵਿਛੁੰਨਿਆਂ ਨੂੰ, ਕਦੋਂ ਰੱਬ ਸੱਚਾ ਘਰੇ ਲਿਆਉਂਦਾ ਈ। ਫਿਰ ਉਹ ਜੋਗੀ ਅੱਗੇ ਹੀ ਬਾਤ ਪਾਉਂਦੀ ਹੈ ਕਿ ਭਲਾ ਜੋਗੀਆ ਤੂੰ ਹੀ ਦੱਸ ਕਿ ਮੇਰੇ ਚਿਰਾਂ ਤੋਂ ਵਿਛੜੇ ਹੋਏ ਪ੍ਰੀਤਮ ਪਿਆਰੇ ਨੂੰ ਜੋ ਹੈ ਰੱਬ ਕਿਸ ਤਰ੍ਹਾਂ ਜਾਂ ਕਦੋਂ ਮਿਹਰ ਕਰਕੇ ਵਾਪਸ ਮੋੜ ਲਿਆਵੇਗਾ, ਮੈਨੂੰ ਦੀਦਾਰ ਕਰਾਵੇਗਾ। ਭਲਾ ਮੋਏ ਤੇ ਵਿਛੜੇ ਕੌਣ ਮੇਲੇ, ਐਵੇਂ ਜੋੜਾ ਲੋਕ ਵਿਲਾਮਦਾ ਈ। ਫਿਰ ਆਪ ਹੀ ਕਹਿ ਰਹੀ ਹੈ ਕਿ ਭਲਾ ਇਸ ਸੰਸਾਰ ਦੇ ਵਿੱਚ ਮੋਏ ਮਰ ਚੁੱਕੇ ਇਨਸਾਨ ਜਿਹੜੇ ਨੇ, ਵਿਆਹ ਚੁੱਕੇ ਨੇ ਅਤੇ ਵਿਛੜ ਚੁੱਕੇ ਨੇ, ਉਹਨਾਂ ਦੇ ਨਾਲ ਦੁਬਾਰਾ ਮੇਲ ਹੋ ਸਕਦਾ ਹੈ ਜਾਂ ਕੌਣ ਮਿਲਾਉਂਦਾ ਹੈ। ਅਸਲ ਦੇ ਵਿੱਚ ਇਹ ਅਸੰਭਵ ਹੈ, ਕਿਉਂਕਿ ਐਵੇਂ ਜਿਉੜਾ ਲੋਕ ਵਿਲਾਮਦਾ ਈ। ਲੋਕ ਜਿਹੜੇ ਨੇ ਸਿਰਫ ਧਰਵਾਸ ਦਿੰਦੇ ਨੇ, ਤਸੱਲੀਆਂ ਦਿੰਦੇ ਨੇ, ਹੌਸਲਾ ਹਿੰਮਤ ਧਾਰਨ ਕਰਨ ਦੀ ਗੱਲ ਕਰਦੇ ਹਨ, ਪਰ ਜਿਸ ਦਿਲ 'ਤੇ ਬੀਤਦੀ ਹੈ ਉਸ ਦੀ ਸਥਿਤੀ ਦਾ ਅੰਦਾਜ਼ਾ ਕਿਸੇ ਨੂੰ ਵੀ ਨਹੀਂ ਹੁੰਦਾ, ਜਾਂ ਉਸ ਸਥਿਤੀ ਨੂੰ ਜਿਹੜਾ ਹੈ ਕੋਈ ਸਮਝ ਨਹੀਂ ਸਕਦਾ। ਜਿਸ 'ਤੇ ਬੀਤਦੀ ਹੈ ਸਿਰਫ ਉਹੀ, ਜਿਸ ਤਨ ਲਾਗੇ ਸੋ ਤਨ ਜਾਗੇ ਵਾਲੀ ਸਥਿਤੀ ਹੈ। ਇੱਕ ਬਾਜ਼ ਤੋਂ ਕਾਉ ਨੇ ਕੂੰਜ ਖੋਹੀ। ਫਿਰ ਉਹ ਆਪਣੀ ਮਨੋਸਥਿਤੀ ਬਿਆਨ ਕਰ ਰਹੀ ਹੈ ਕਿ ਇੱਕ ਬਾਜ਼ ਭਾਵ ਰਾਂਝੇ ਰੂਪੀ ਬਾਜ਼ ਤੋਂ ਕਾਂ ਰੂਪੀ ਖੇੜੇ ਨੇ, ਜੋ ਕਪਟ ਦਾ ਸਵਾਰਥ ਦਾ ਪ੍ਰਤੀਕ ਹੈ, ਉਸਨੇ ਹੀਰ ਰੂਪੀ ਕੂੰਜ ਜੋ ਹੈ ਉਹ ਖੋਹ ਲਈ ਹੈ। ਵੇਖਾਂ ਚੁੱਪ ਹੈ ਕੋਈ ਕੁਰਲਾਮਦਾ ਈ। ਮੈਂ ਇਸ ਗੱਲ ਦੇ ਇੰਤਜ਼ਾਰ ਵਿੱਚ ਹਾਂ ਕਿ ਉਹ ਬਾਜ਼ ਰੂਪੀ ਰਾਂਝਾ ਜੋ ਹੈ ਆਪਣੇ ਨਾਲ ਇਸ ਹੋਏ ਇਸ ਧੱਕੇ ਨੂੰ ਕਦ ਤੱਕ ਬਰਦਾਸ਼ਤ ਕਰਦਾ ਹੈ, ਜਾਂ ਭਾਣਾ ਸਮਝ ਕੇ ਸਵੀਕਾਰ ਕਰ ਲੈਂਦਾ ਹੈ, ਰੋਂਦਾ ਕਰਲਾਉਂਦਾ ਉਸ ਸਥਿਤੀ ਨੂੰ ਭੋਗਦਾ ਰਹਿੰਦਾ ਹੈ, ਜਾਂ ਫਿਰ ਇਸ ਦੇ ਵਿਰੁੱਧ ਕੁਝ ਚਾਰਾਜੋਈ ਕਰਦਾ ਹੈ। ਇੱਕ ਜੱਟ ਦੇ ਖੇਤ ਨੂੰ ਅੱਗ ਲੱਗੀ, ਵੇਖਾਂ ਆਏ ਕਿ ਕਦੋਂ ਬੁਝਾਉਂਦਾ ਈ। ਫਿਰ ਉਹ ਕਹਿ ਰਹੀ ਹੈ ਕਿ ਜਿਸ ਤਰ੍ਹਾਂ ਕਿਸੇ ਜੱਟ ਦੇ ਖੇਤ ਨੂੰ ਜਦੋਂ ਅੱਗ ਲੱਗ ਜਾਂਦੀ ਹੈ ਤਾਂ ਭਾਵ ਉਸਦੀ ਸਾਰੀ ਫਸਲ ਜਿਹੜੀ ਹੈ ਉਹ ਨਸ਼ਟ ਹੋ ਜਾਂਦੀ ਹੈ, ਤਬਾਹ ਹੋ ਜਾਂਦੀ ਹੈ, ਰਾਖ ਦੀ ਢੇਰੀ ਬਣ ਕੇ ਰਹਿ ਜਾਂਦੀ ਹੈ, ਪਰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਉਹ ਇੱਕ ਮਹਿਜ਼ ਘਟਨਾ ਹੁੰਦੀ ਹੈ ਜਿਹੜੀ ਕੁਝ ਵਕਤ ਤੱਕ ਉਸਨੂੰ ਭੁੱਲ ਜਾਂਦੇ ਹਨ। ਪਰ ਉਸ ਜੱਟ ਦੀ ਮਨੋਸਥਿਤੀ ਜਿਹੜੀ ਹੈ, ਉਸ ਦੇ ਹਿਰਦੇ ਦੇ ਵਿੱਚ ਉਹ ਅਗਨੀ ਜਿਹੜੀ ਹੈ ਨਿਤ ਅਲੰਬੇ ਬਾਲਦੀ ਹੈ, ਕਿਉਂਕਿ ਉਸ ਦਾ ਸਾਰੀ ਮਿਹਨਤ ਅਜਾਈਂ ਗਵਾਚ ਚੁੱਕੀ ਹੁੰਦੀ ਹੈ, ਉਸ ਦੀ ਸਾਰੀ ਪੂੰਜੀ ਖਤਮ ਹੋ ਚੁੱਕੀ ਹੁੰਦੀ ਹੈ। ਉਹਦੀਆਂ ਅੱਖਾਂ ਦੇ ਸਾਹਮਣੇ ਜੋ ਉਸ ਦੀ ਫਸਲ ਦਾ ਹਸ਼ਰ ਹੋਇਆ ਹੁੰਦਾ ਹੈ, ਜੋ ਮਿਹਨਤ ਦਾ ਹਸ਼ਰ ਹੋਇਆ ਹੁੰਦਾ ਹੈ, ਉਸ ਨੂੰ ਸਿਰਫ ਉਹੀ ਜਾਣਦਾ ਹੈ। ਲੋਕਾਂ ਲਈ ਉਹ ਅੱਗ ਜਿਹੜੀ ਹੈ ਇੱਕ ਘਟਨਾ ਹੁੰਦੀ ਹੈ, ਪਰ ਜਿਸ ਦੇ ਖੇਤ ਨੂੰ ਲੱਗੀ ਹੁੰਦੀ ਹੈ ਉਸ ਦੇ ਲਈ ਉਹ ਅੱਗ ਜਿਹੜੀ ਹੈ ਹਰ ਪਲ ਬਲਦੀ ਹੈ। ਠੀਕ ਇਸੇ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਹੀਰ ਦੀ ਹੈ, ਕਿਉਂਕਿ ਲੋਕਾਂ ਦੇ ਲਈ ਹੀਰ ਦਾ ਸਾਦੇ ਖੇੜੇ ਦੇ ਨਾਲ ਵਿਆਹਿਆ ਜਾਣਾ
ਔਰ ਰਾਂਝੇ ਦਾ ਜੋ ਹੈ ਜੋਗ ਧਾਰਨ ਕਰ ਲੈਣਾ ਜੋ ਹੈ ਉਹ ਇੱਕ ਘਟਨਾ ਹੋ ਸਕਦੀ ਹੈ, ਪਰ ਹੀਰ ਦੀ ਮਨੋਸਥਿਤੀ ਕਿਹੜੀ ਹੈ, ਜਿਹੜੀ ਨਿੱਤ ਉਸ ਵਿਛੋੜੇ ਦੀ ਅਗਨੀ ਦੇ ਵਿੱਚ ਤੜਪ ਰਹੀ ਹੈ। ਵੇਖਾਂ ਆਏ ਕਿ ਕਦੋਂ ਬੁਝਾਉਂਦਾ ਹੀ। ਮੈਂ ਇੰਤਜ਼ਾਰ ਕਰ ਰਹੀ ਹਾਂ, ਦੇਖਣੀ ਹਾਂ ਕਿ ਮੇਰੀ ਇਸ ਜੋ ਮਨੋਸਥਿਤੀ ਹੈ, ਜੋ ਵਿਛੋੜੇ ਦੀ ਸਥਿਤੀ ਹੈ, ਜੋ ਵਿਛੋੜੇ ਦੀ ਬਿਰਹਾ ਦੀ ਅਗਨੀ ਮੇਰੇ ਹਿਰਦੇ ਵਿੱਚ ਜਲ ਰਹੀ ਹੈ, ਇਸ ਤਪਸ਼ ਨੂੰ ਨਿਵਾਰਨ ਵਾਸਤੇ ਉਹ ਕਦੋਂ ਆਉਂਦਾ ਹੈ, ਕਦੋਂ ਮੈਨੂੰ ਦੀਦਾਰ ਦਿੰਦਾ ਹੈ। ਦਿਆਂ ਘਿਓ ਦੀਆਂ ਚੂਰੀਆਂ ਬਾਲ ਦੀਵੇ, ਵਾਰਿਸ ਸ਼ਾਹ ਜੇ ਸੁਣਾ ਮੈਂ ਆਮਦਾਈ। ਇਸ ਤਰ੍ਹਾਂ ਵਾਰਿਸ ਸ਼ਾਹ ਕਹਿ ਰਿਹਾ ਹੈ ਕਿ ਹੀਰ ਜੋਗੀ ਰੂਪੀ ਰਾਂਝੇ ਦੇ ਨਾਲ ਹੀ ਆਪਣੀ ਮਨੋਸਥਿਤੀ ਸਾਂਝੀ ਹੋਈ ਕਰਦੀ ਹੋਈ ਕਹਿ ਰਹੀ ਹੈ ਕਿ ਜੇ ਕੋਈ ਮੈਨੂੰ ਇਹ ਖਬਰ ਲਿਆ ਕੇ ਦੇਵੇ ਕਿ ਉਸਦਾ ਪ੍ਰੀਤਮ ਪਿਆਰਾ ਉਸਨੂੰ ਮਿਲਣ ਲਈ ਆ ਰਿਹਾ ਹੈ, ਤਾਂ ਉਹ ਘਿਓ ਦੀਆਂ ਚੂਰੀਆਂ ਕੁੱਟ ਕੇ ਮਜ਼ਾਰਾਂ 'ਤੇ ਵੰਡੇਗੀ ਅਤੇ ਘਿਓ ਦੇ ਦੀਵੇ ਬਾਲੇਗੀ। ਭਾਵ ਅਸਲ ਦੇ ਵਿੱਚ ਉਹ ਪੀਰਾਂ ਫਕੀਰਾਂ ਨੂੰ ਧਿਆ ਰਹੀ ਹੈ ਕਿ ਕਾਸ਼ ਉਸਦੇ ਮਨ ਦੀ ਮੁਰਾਦ ਪੂਰੀ ਹੋ ਜਾਵੇ, ਅਤੇ ਇਸ ਖੁਸ਼ੀ ਦੇ ਵਿੱਚ ਉਹ ਪੀਰਾਂ ਦੀ ਮਜ਼ਾਰ 'ਤੇ ਜਾ ਕੇ ਦੀਵੇ ਬਾਲ ਕੇ, ਘਿਓ ਦੇ ਦੀਵੇ ਬਾਲ ਕੇ, ਘਿਓ ਦੀਆਂ ਚੂਰੀਆਂ ਦਾ ਪ੍ਰਸ਼ਾਦ ਵੰਡ ਕੇ ਜੋ ਹੈ ਸ਼ੁਕਰਾਨੇ ਦੇ ਭਾਵ ਅਦਾ ਕਰੇਗੀ। ਵਾਰਿਸ ਸ਼ਾਹ ਜੇ ਸੁਣਾ ਮੈਂ ਆਮਦਾਈ, ਭਾਵ ਜੇ ਕੋਈ ਮੈਨੂੰ ਇਸ ਗੱਲ ਦੀ ਖਬਰ ਵੀ ਲਿਆ ਦੇਵੇ ਕਿ ਮੇਰਾ ਪ੍ਰੀਤਮ ਪਿਆਰਾ ਮੈਨੂੰ ਮਿਲਣ ਲਈ ਆ ਰਿਹਾ ਹੈ, ਤਾਂ ਮੈਂ ਉਸਦੇ ਆਗਮਨ ਦੀ ਖੁਸ਼ੀ ਦੇ ਵਿੱਚ ਜਿਹੜਾ ਹੈ ਮਨ ਇਹਨਾਂ ਖੁਸ਼ੀਆਂ ਖੇੜਿਆਂ ਦੇ ਨਾਲ ਭਰ ਜਾਵੇਗਾ ਕਿ ਮੈਂ ਉਹ ਖੁਸ਼ੀ ਜਿਹੜੀ ਆ, ਉਹ ਖੇੜਾ ਉਹ ਉਸ ਰੱਬ ਸੱਚੇ, ਉਸ ਪੀਰਾਂ ਫਕੀਰਾਂ ਦੇ ਨਾਲ ਸਾਂਝਾ ਕਰਨ ਦੇ ਲਈ, ਸ਼ੁਕਰਾਨਾ ਕਰਨ ਦੇ ਲਈ ਉਹਨਾਂ ਦੀਆਂ ਮਜ਼ਾਰਾਂ 'ਤੇ ਜਾ ਕੇ ਦੀਵੇ ਜਗਾਵਾਂਗੀ। ਇਸ ਕਾਵਿ-ਬੰਧ ਦੇ ਨਾਲ ਹੀ ਅੱਜ ਦਾ ਜੋ ਲੈਕਚਰ ਹੈ ਪ੍ਰਸੰਗ ਸਾਹਿਤ ਵਿਆਖਿਆ ਭਾਗ 4 ਸੰਪੂਰਨ ਹੋ ਜਾਂਦਾ ਹੈ। ਅਤੇ ਨਾਲ ਹੀ ਕਿਉਂਕਿ BA ਭਾਗ ਦੂਜਾ ਦੇ ਸਿਲੇਬਸ ਦੇ ਵਿੱਚ ਜਿੰਨੇ ਕਾਵਿ-ਬੰਧ ਸਨ ਉਹਨਾਂ ਦਾ ਸਿਲੇਬਸ ਜਿਹੜਾ ਹੈ ਉਹ ਵੀ ਸੰਪੂਰਨ ਹੋ ਗਿਆ ਹੈ। ਇਹ ਕਾਵਿ-ਬੰਧ ਜਾਂ ਇਹ ਲੈਕਚਰ ਲੜੀਆਂ ਤੁਹਾਨੂੰ ਕਿਹੋ ਜਿਹੀਆਂ ਲੱਗੀਆਂ, ਇਸ ਬਾਰੇ ਆਪਣੀ ਕਮੈਂਟ ਜ਼ਰੂਰ ਦੱਸ ਦੇਣਾ, ਅਤੇ ਨਾਲ ਹੀ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਦੇ ਰਹਿਣਾ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਸਮੇਂ ਸਿਰ ਪੂਰੀ ਕਰ ਸਕਣ। ਅਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣ, ਲਾਈਕ ਕਰਕੇ ਜੋ ਹੈ ਆਪਣੀ ਰਾਏ ਵੀ ਦੱਸਣ ਕਮੈਂਟ ਕਰਕੇ, ਅਤੇ ਲਾਈਕ ਵੀ ਕਰਨ। ਸੋ ਮਿਲਾਂਗੇ ਕਿਸੇ ਹੋਰ ਲੈਕਚਰ ਲੜੀ ਨੂੰ ਲੈ ਕੇ, ਤਦ ਤੱਕ ਲਈ ਇਜਾਜ਼ਤ, ਧੰਨਵਾਦ।